ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਹਕ ਰਾਗ ਗੰਜ਼ੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਹਾਜ਼ਰੀਨ ਹੋ। ਪ੍ਰਬੰਧਕ ਜਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਾਜ਼ ਦਿਵਸ ਨੂੰ ਸਮਰਪਿਤ ਇਹ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਗੰਮੀ ਵਡਿਆਈ, ਜਿਨ੍ਹਾਂ ਦੀਆਂ ਅਗੰਮੀ ਬਰਕਤਾਂ ਕੋਈ ਐਸਾ ਗਲੂਆ ਮੁਬਾਰਕ ਨਹੀਂ ਬਣਿਆ ਜੋ ਗਾ ਕੇ ਅੰਤ ਪਾ ਸਕੇ। ਉਹਨਾਂ ਦੇ ਗੁਣ ਗਾ ਕੇ ਜੀਵਨ ਸਫਲਾ ਕਰਨ ਦੇ ਮਨੋਰਥ ਨਾਲ ਹੀ ਸਾਰੇ ਵਿਦਵਾਨ ਜਨ ਰਾਗੀ ਢਾਡੀ ਉਹਦੇ ਗੀਤ ਗਾਉਂਦੇ ਨੇ। ਦੇਖੋ ਇਹ ਉਹ ਪਾਕ ਜਗ੍ਹਾ ਹੈ ਜਿੱਥੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਾਜ਼ ਹੋਇਆ ਹੈ। ਵੈਸੇ ਤੇ ਉਹ ਪ੍ਰਮਾਤਮਾ ਹਰ ਜ਼ਰੇ ਦੇ ਵਿੱਚ ਮੌਜੂਦ ਹੈ। ਥਾਨ ਥਨੰਤਰ ਇੱਕ ਹੈ ਸੋਏ, ਗੁਰਬਾਣੀ ਦਾ ਫਰਮਾਨ ਹੈ, ਉਹ ਹਰ ਜਗ੍ਹਾ ਹੈ। ਹੁਣ ਦੁਨੀਆ ਦੇ ਉੱਤੇ ਸੱਚ ਨੂੰ ਪ੍ਰਗਟ ਕਰਨ ਲਈ, ਪਾਪ ਦਾ ਖਾਤਮਾ ਕਰਨ ਦੇ ਲਈ ਸਤਿਗੁਰਾਂ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਉਹ ਅਕਾਲ ਪੁਰਖ ਹੀ ਦੁਨੀਆ ਦੇ ਉੱਤੇ ਗੁਰੂ ਪਾਤਸ਼ਾਹ ਦੇ ਰੂਪ ਵਿੱਚ ਪ੍ਰਗਟ ਹੋਏ, ਦੁਨੀਆ ਦੇ ਉੱਤੇ ਆਗਾਜ਼ ਹੋਇਆ। ਪਰ ਬਾਣੀ ਦਾ ਇਹ ਵੀ ਫਰਮਾਨ ਹੈ, ਜਦੋਂ ਉਹ ਸਰਗੁਣ ਸਰੂਪ ਵਿੱਚ ਆ ਕੇ ਕਿਧਰੇ ਵੀ ਟਿਕਦਾ ਹੈ ਨਾ, ਉਹ ਜਗ੍ਹਾ ਬੜੀ ਮਹਾਨ ਹੁੰਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਜਿੱਥੇ ਵੀ ਮੁਬਾਰਕ ਚਰਨ ਗੁਰਾਂ ਦੇ ਪੈਣ, ਉਹ ਜਗ੍ਹਾ ਮਹਾਨ ਹੋ ਨਿਬੜਦੀ ਹੈ। ਇਹ ਤੇ ਫਿਰ ਉਹ ਜਗ੍ਹਾ ਹੈ ਜਿਹਦੇ ਬਾਰੇ ਕਲਗੀਧਰ ਮਹਾਰਾਜ ਨੇ ਆਪਣੀ ਆਟੋਬਾਇਓਗ੍ਰਾਫੀ ਬਚਿੱਤਰ ਨਾਟਕ ਵਿੱਚ ਲਿਖਿਆ ਹੈ। ਤਹੀ ਪ੍ਰਕਾਸ਼ ਹਮਾਰਾ ਭਾਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨੇ ਦੀ ਪਾਕ ਧਰਤੀ ਦੇ ਉੱਤੇ ਗੁਰੂ ਨਾਨਕ ਦੇ 10ਵੇਂ ਜਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਾਜ਼ ਉਹ ਸੁਦੀ 7ਵੀਂ 1723 ਬਿਕਰਮੀ ਸੰਮਤ ਨੂੰ ਮਾਤਾ ਗੁਜਰੀ ਦੇ ਹਿਰਦੇ ਚੋਂ ਉਹ ਪ੍ਰਕਾਸ਼ਵਾਨ ਹੁੰਦੇ ਨੇ, ਪ੍ਰਗਟ ਹੁੰਦੇ ਨੇ। ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਉਹ ਖੇਡੇ ਨੇ। ਵੇਖੋ ਅਵਤਾਰਾਂ ਦੇ ਆਉਣ ਦਾ ਇੱਕ ਖਾਸ ਕਾਰਨ ਹੁੰਦਾ ਹੈ।
ਜਦੋਂ ਪਾਪ ਵੱਧਦਾ ਹੈ ਤੇ ਧਰਤੀ ਮਹਾਪੁਰਸ਼ ਮਨੁੱਖਤਾ ਪੁਕਾਰ ਕਰਦੀ ਹੈ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਧਰਤੀ ਵੀ ਉਹਦੇ ਤੋਂ ਕੁਝ ਮੰਗਦੀ ਹੈ, ਮਨੁੱਖਤਾ ਵੀ ਉਹਦੇ ਪਾਸੋਂ ਕੁਝ ਮੰਗਦੀ ਹੈ। ਜਦੋਂ ਕਲਗੀਧਰ ਪਾਤਸ਼ਾਹ ਕਹਿੰਦੇ ਪਾਪੀ ਵਾਧੇ ਨੇ, ਅਰਿਸ਼ਟ ਵਾਧੇ ਨੇ, ਮੈਨੂੰ ਕਹਿੰਦੇ ਦੁਨੀਆ ਤੇ ਆਉਣਾ ਪੈਂਦਾ ਹੈ। ਦਸਮ ਗ੍ਰੰਥ ਦੇ ਪਾਕ ਬੋਲ ਨੇ, ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਜਿਵੇਂ ਜਿਵੇਂ ਪਾਪ ਵਾਧੇ ਨੇ, ਅਰਿਸ਼ਟ ਦਾ ਭਾਵ ਹੈ ਵਿਪਦਾ, ਵਿਗਨ, ਜੋ ਤੁਹਾਡੇ ਅਤੇ ਧਰਮ ਦੇ ਦਰਮਿਆਨ ਕੰਡੇ ਪੈਦਾ ਕਰ ਦਵੇ। ਜਦੋਂ ਪਾਪੀਆਂ ਦਾ ਬੋਲ ਬਾਲਾ ਹੁੰਦਾ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਮੈਨੂੰ ਫਿਰ ਆਉਣਾ ਪੈਂਦਾ ਹੈ। ਭਾਵ ਅਕਾਲ ਪੁਰਖ ਦੇ ਸਰੂਪ ਫਿਰ ਦੁਨੀਆ ਤੇ ਪ੍ਰਗਟ ਹੁੰਦੇ ਨੇ। ਇਸਲਾਮ ਜਗਤ ਦੇ ਅੰਦਰ ਬੜੇ ਵੱਡੇ ਵਿਦਵਾਨ ਅਰਬੀ ਫਾਰਸੀ ਦੇ ਅੱਲਾ ਯਾਰ ਖਾਨ ਲਿਖਦੇ ਨੇ, ਕਹਿੰਦੇ ਕਲਗੀਧਰ ਦੇ ਆਉਣ ਦਾ ਇੱਕ ਕਾਰਨ ਹੈ। ਉਹ ਫਾਰਸੀ ਵਿੱਚ ਲਿਖਦੇ ਨੇ, ਉਹਨਾਂ ਮਹਾਪੁਰਸ਼ਾਂ ਦੀ ਪੁਰਜ਼ੋਰ ਕਲਮ ਹੈ, ਕਹਿੰਦੇ ਜਬ ਜਬ भी जरूरत हुई बंदों को हम आए हैं, जालिम का किया खात्मा मजलूम बचाए है, चिड़ियों से घर चाहा तो फिर बाज तुड़ाए हैं, चिड़ियों से घर चाहा तो फिर बाज तुड़ाए हैं, देखा जिसे हकदार उसे तख्त दिलाए हैं, काम आए फकीरों के तो शाहों के भी आए हैं, काम आए फकीरों के तो शाहों के भी आए हैं, दुश्मनों के भी आए, हवा खाहों के भी आए हैं। ਜਿਵੇਂ ਜਿਵੇਂ ਲੋੜ ਪਈ, ਜਿਵੇਂ ਜਿਵੇਂ ਪਾਪ ਵਧਿਆ, ਪਰਮਾਤਮਾ ਦੇ ਹੁਕਮ ਵਿੱਚ ਅਵਤਾਰਾਂ ਨੂੰ ਆਉਣਾ ਪਿਆ। ਮਜ਼ਲੂਮ ਦੀ ਰੱਖਿਆ ਲਈ ਆਉਣਾ ਪਿਆ, ਮਹਾਂਪੁਰਸ਼ਾਂ ਦੀ ਰੱਖਿਆ ਲਈ ਆਉਣਾ ਪਿਆ, ਸੰਤਾਂ ਦੀ ਰੱਖਿਆ ਲਈ ਆਉਣਾ ਪਿਆ। ਬੜੇ ਅਵਤਾਰ ਆਏ, ਬੜੇ ਸਤਪੁਰਸ਼ ਆਏ। ਪਾਪ ਇੰਨਾ ਵੱਧ ਗਿਆ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਪ੍ਰਗਟ ਹੋਏ। ਤੁਸੀਂ ਰੋਜ਼ ਪੜ੍ਹਦੇ ਹੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, the embodiment of light, the Lord he himself is called Guru Nanak। ਉਹ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ। ਅਕਾਲ ਪੁਰਖ ਦੁਨੀਆ ਤੇ ਆਏ, ਉਹਨੇ 10 ਜਾਮੇ ਬਦਲੇ। ਦੇਖੋ, ਇੱਕ ਮਹੱਲ ਇੱਕ ਜਾਮਾ ਪੁਰਾਣਾ ਹੋ ਜਾਂਦਾ ਹੈ, ਫਿਰ ਵਸੇਬੇ ਲਈ ਨਵਾਂ ਮਹਿਲ ਉਸਾਰਨਾ ਪੈਂਦਾ ਹੈ। ਕਾਰਜ ਬੜੇ ਕਰਨੇ ਸਨ ਅਕਾਲ ਪੁਰਖ ਦੀ ਅਗੰਮੀ ਜੋਤ ਨੇ। ਪਹਿਲਾ ਜਾਮਾ ਪੁਰਾਣਾ ਹੋ ਗਿਆ, ਗੁਰੂ ਨਾਨਕ ਸਾਹਿਬ ਵਾਲਾ ਲਾ ਕੇ ਗੁਰੂ ਅੰਗਦ ਸਾਹਿਬ ਬਣ ਗਏ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਗੁਰ ਥਿਰ ਕੀਓ। ਜਾਮਾ ਪੁਰਾਣਾ ਹੋਇਆ ਤੇ ਗੁਰੂ ਅਮਰਦਾਸ ਬਣੇ, ਗੁਰੂ ਰਾਮਦਾਸ ਬਣੇ, ਗੁਰੂ ਅਰਜਨ ਬਣ ਗਏ। ਹਿੰਨ ਬਿਨ ਕਲਗੀਧਰ ਪਾਤਸ਼ਾਹ ਨੇ ਵੀ ਐਸੇ ਹੀ ਬੋਲ ਦਸਮ ਗ੍ਰੰਥ ਵਿੱਚ ਲਿਖੇ ਨੇ। ਕਹਿੰਦੇ ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ। ਅੱਗੇ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਅਗੰਮੀ ਜੋਤ ਜਾਮੇ ਬਦਲਦੀ ਗਈ। ਇਹਨਾਂ ਨੇ ਕਈ ਜਾਮੇ ਬਦਲੇ ਨੇ, ਜੁਗਤੀ ਨਹੀਂ ਬਦਲੀ, ਚੋਲਾ ਬਦਲਿਆ। ਜੋਤ ओहा जुगत साई सहकाया फेर पलटी है। ਵੇਖੋ, ਇੱਕ ਰਾਜਾ ਹੈ, ਰਾਜ ਮਹਿਲ ਵਿੱਚ ਉਹਦਾ ਲਿਬਾਸ ਹੋਰ ਹੈ, ਮਜਲਿਸ ਵਿੱਚ ਲਿਬਾਸ ਹੋਰ ਹੈ, ਜਦੋਂ ਆਰਾਮ ਫਰਮਾਵੇਗਾ ਰਾਤ ਨੂੰ ਲਿਬਾਸ ਹੋਰ ਹੈ। ਰਾਜਾ ਨਹੀਂ ਬਦਲਿਆ, ਕੇਵਲ ਲਿਬਾਸ ਬਦਲਿਆ ਗਿਆ। ਜਾਮੇ ਬਦਲੇ ਨੇ, ਜੋਤ ਨਹੀਂ ਬਦਲੀ। ਕਲਗੀਧਰ ਮਹਾਰਾਜ ਕਹਿੰਦੇ ਨੇ, ਕਈ ਨਾ ਸਮਝ ਇਹ ਗੱਲ ਨਹੀਂ ਸਮਝਦੇ। ਉਹ ਕਹਿੰਦੇ ਹੋ ਹੀ ਨਹੀਂ ਸਕਦਾ ਵੀ ਜਾਮੇ ਬਦਲੇ, ਜੋਤ ਉਹੀ ਰਵੇ। ਦੇਖੋ, ਮੈਡੀਕਲ ਦਾ ਯੁੱਗ ਹੈ,
ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਇੱਕ ਬੰਦੇ ਦਾ ਅੰਗ ਲਾ ਕੇ ਦੂਜੇ ਨੂੰ ਲਾ ਦਿੰਦੇ ਨੇ। ਪਰ ਦੁਨੀਆ ਨੇ ਕੋਈ ਐਸਾ ਹਕੀਮ ਨਹੀਂ ਪੈਦਾ ਕੀਤਾ ਜਿਹੜਾ ਇੱਕ ਮੁਜਸਮੇ ਚੋਂ, ਸਰੀਰ ਚੋਂ ਜੋਤ ਕੱਢ ਕੇ ਦੂਜੇ 'ਚ ਬਿਠਾ ਦੇਵੇ, ਇੱਕ ਦੇ ਸਵਾਸ ਲੈ ਕੇ ਦੂਜੇ 'ਚ ਪ੍ਰਵੇਸ਼ ਕਰਵਾ ਦੇਵੇ। ਇਹ ਕੇਵਲ ਗੁਰੂ ਨਾਨਕ ਸਾਹਿਬ ਹੀ ਐਸੇ ਹਕੀਮ ਨੇ ਜਿਹੜੇ ਆਪਣੀ ਜੋਤ ਆਪਣੇ ਚੋਂ ਕੱਢ ਕੇ ਗੁਰੂ ਅੰਗਦ ਵਿੱਚ ਟਿਕਾ ਦਿੰਦੇ ਨੇ। ਇਹ ਗੁਰੂ ਨਾਨਕ ਦੇ ਕੋਲ ਹੀ ਅਜ਼ਮਤ ਹੈ, ਕਿਉਂਕਿ ਬਾਣੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਜਿੰਨੀ ਅਜ਼ਮਤ ਗੁਰੂ ਨਾਨਕ ਕੋਲ ਹੈ ਇਸ ਰੂਹੇ ਜ਼ਮੀਨ ਤੇ ਕਿਸੇ ਹੋਰ ਕੋਲ ਨਹੀਂ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਕਲਾ ਕੀ ਹੈ? ਕਰਾਮਾਤ, ਅਜ਼ਮਤ। ਕਲਗੀਧਰ ਕਹਿੰਦੇ ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਮੂਰਖਾਂ ਨੇ ਵੱਖ-ਵੱਖ ਸਮਝਿਆ, ਗੁਰਮੁਖਾਂ ਨੇ ਸਮਝ ਲਿਆ ਵੀ ਇਹ ਇੱਕੋ ਹੀ ਜੋਤ ਨੇ। ਹੁਣ ਮਹਾਰਾਜ ਕਹਿੰਦੇ ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਜਿਹੜੇ ਤੇ ਬਚਨ ਮੰਨਦੇ ਨੇ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਇੱਕ ਹੀ ਨੇ, ਉਹਨਾਂ ਨੂੰ ਤੇ ਸਿੱਧ ਤੋਂ ਭਾਵ ਹੈ ਨਜ਼ਾਤ ਹਾਸਲ ਹੋ ਗਈ, ਮੁਕਤੀ ਹਾਸਲ ਹੋ ਗਈ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ, ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਾ ਗੁਰਮੁਖ ਹੈ, ਉਹਨੂੰ ਰਿੱਧੀਆਂ ਸਿੱਧੀਆਂ, ਉਸਨੂੰ ਨਜ਼ਾਤ ਹਾਸਲ ਹੋ ਜਾਂਦੀ ਹੈ। ਇੱਕ ਪਰਸ਼ੀਅਨ ਵਿੱਚ ਨਾ ਕਲਗੀਧਰ ਨੇ ਬੋਲ ਕਿਹਾ ਸੀ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮੂ ਰਤਨ ਜੌਹਰ, ਹਮੂ ਰਤਨ ਜੌਹਰ, ਹਮੂ ਮਾਣਕ ਅਸਤ। ਕਹਿੰਦੇ ਮੈਂ ਹੀ ਗੁਰੂ ਨਾਨਕ ਸੀ, ਮੈਂ ਹੀ ਗੁਰੂ ਗੋਬਿੰਦ ਹਾਂ। ਇਹ ਮੈਂ ਕੌਣ ਹੈ? ਇਹ ਅਕਾਲ ਪੁਰਖ ਹੈ। ਇਹ ਅਕਾਲ ਪੁਰਖ ਦੀ ਅਗੰਮੀ ਜੋਤ ਹੈ। ਗੁਰੂ ਗੋਬਿੰਦ ਸਿੰਘ ਉਸ ਅਕਾਲ ਪੁਰਖ ਦੇ 10ਵੇਂ ਜਾਮੇ ਨੇ। ਕੀ ਇੱਕੋ ਜੋਤ ਹੈ? ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇੱਕ ਮਹਾਪੁਰਸ਼ ਬਹਿੰਦਾ ਸੀ, ਭਾਈ ਨੰਦ ਲਾਲ, ਜਿਹਦੇ ਵਰਗਾ ਅਰਬੀ ਫਾਰਸੀ ਦਾ ਦੂਜਾ ਵਿਦਵਾਨ ਭਾਰਤ ਵਰਸ਼ ਨੇ ਪੈਦਾ ਨਹੀਂ ਕੀਤਾ। 7-8 ਦੇ ਕਰੀਬ ਪੁਸਤਕਾਂ ਨੇ ਅਰਬੀ ਫਾਰਸੀ ਚ। ਉਸ ਮਹਾਪੁਰਸ਼ ਨੇ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਸਿਰਮੌਰ ਕਵੀ ਹੋਣ ਦਾ ਮਾਣ ਹਾਸਲ ਕੀਤਾ ਹੈ। ਤੇ ਚਰਨਾਂ ਵਿੱਚ ਬੈਠ ਕੇ ਇੱਕ ਬਚਨ ਕਿਹਾ ਉਸਨੇ, ਸਲਤਨਤੇ ਦਹਮਸ਼ ਦਸਤ ਪੇਚੇ ਦੇਵਾਨੇ ਦੌਰਗੀਰ, ਵਾ ਜ਼ੇਬੋ ਆਰਾਇਸ਼ੇ, ਵਾ ਜ਼ੇਬੋ ਆਰਾਇਸ਼ੇ ਜਾਵੇਦਾਨੀ ਸਰੀਰ। ਪੁੱਛੋ ਭਾਈ ਨੰਦ ਲਾਲ, ਕੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਇੱਕ ਹੀ ਨੇ? ਸਲਤਨਤੇ ਦਾ ਭਾਵ ਹੈ ਪਾਤਸ਼ਾਹੀ। ਕਹਿੰਦੇ ਅਕਾਲ ਪੁਰਖ ਦੀ ਸੱਚੀ ਪਾਤਸ਼ਾਹੀ ਜਿਹੜੀ ਹੈ ਨਾ, ਉਸ ਤਖਤ ਨੂੰ ਸਜਾਉਣ ਲਈ ਗੁਰੂ ਨਾਨਕ ਪ੍ਰਗਟ ਹੋਏ। ਤੇ ਗੁਰੂ ਨਾਨਕ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਉਸੇ ਹੀ ਪਾਤਸ਼ਾਹੀ ਵਿੱਚ ਉਹਨਾਂ ਦਾ ਆਗਾਜ਼ ਹੋਇਆ। ਗੁਰੂ ਨਾਨਕ ਵਾਲੀ ਜੋਤ ਜਿਸ ਜਾਮੇ ਵਿੱਚ ਪ੍ਰਵੇਸ਼ ਹੋਈ, ਉਹ 10ਵਾਂ ਜਾਮਾ ਗੁਰੂ ਗੋਬਿੰਦ ਸਿੰਘ ਦਾ ਸੀ। ਇੱਕ ਬਚਨ ਕਿਹਾ, ਕਹਿੰਦੇ ਸੁਭਾਅ ਵਿੱਚ ਅੰਤਰ ਆਤਮੇ ਕੋਈ ਫਰਕ ਨਹੀਂ ਸੀ, ਬਾਹਰ ਮੁਖੀ ਫਰਕ ਸੀ। ਗੁਰੂ ਨਾਨਕ ਸਾਹਿਬ ਫਕੀਰੀ ਵਿੱਚ ਰਹੇ ਤੇ ਗੁਰੂ ਗੋਬਿੰਦ ਸਿੰਘ ਮੀਰੀ ਵਿੱਚ ਰਹੇ, ਜ਼ਿਆਦਾ ਸ਼ਕਤੀ ਵਿੱਚ ਵਿਚਰੇ। ਗੁਰੂ ਕਹਿੰਦੇ ਗੁਰੂ ਨਾਨਕ ਤੇਰੀ ਜਿਹੜੀ 10ਵੀਂ ਪਾਤਸ਼ਾਹੀ ਹੈ, ਤੇਰਾ ਹੀ ਰੂਪ ਹੈ, ਜ਼ਾਲਮਾਂ ਨੂੰ ਸਜ਼ਾ ਦੇਣ ਵਾਲੀ ਹੈ, ਸ਼ੈਤਾਨਾਂ ਨੂੰ ਪਕੜ ਪਕੜ ਕੇ ਪੂਰਾ ਬੋਝ ਕਟਾਉਣ ਵਾਲੀ ਹੈ। ਬਿਲਕੁਲ ਸੁਭਾਅ ਕੇ ਰਹੇ। ਗੁਰੂ ਨਾਨਕ ਸਾਹਿਬ ਨੇ ਪਾਪ ਕਰਦਾ ਤੱਕਿਆ ਸੀ, ਬਾਬਰ ਕਹਿੰਦੇ ਤੂੰ ਜ਼ਾਬਰ ਹੈ। ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਪਾਪ ਕਰਦਾ ਤੱਕਿਆ, ਭਾਰਤ ਵਰਸ਼ ਦਾ ਬਾਦਸ਼ਾਹ ਕਲਮ ਲਈ ਚੁੱਪ ਜ਼ਫਰਨਾਮਾ ਲੈ ਕੇ ਉਹਨੂੰ ਭੇਜਿਆ ਤੇ ਬੋਲ ਕੀ ਕਹੇ, ਸਨ ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀ ਕੇ ਦਾਰਾਏ ਦੌਰਸਤ ਦੂਰਸਤ ਦੀ। ਇਹਦੇ ਤੂੰ ਧਰਮ ਦਾ ਲਿਬਾਸ ਪਹਿਨਿਆ ਹੈ ਔਰੰਗਜ਼ੇਬ, ਨਾਮ ਦਾ ਸੁੰਦਰ ਘਾਇਆ ਹੈ, ਤਖਤ ਦਾ ਸ਼ਿਕਾਰ ਹੈ ਤੂੰ, ਪਰ ਧਰਮ ਦੇ ਲਿਬਾਸ
इस शरीर दे अंदर जिहड़ी अकाल पुरख दी जोत है, जिहड़े तैनूं श्वास मिले ने, उन्हां नाल तूं रब नूं याद नहीं कीता। केदार आए दौरस्त दूरस्त दीन, बाहरों धर्म नाल जुड़िया है, अंदरों धर्म नाल तू नहीं जुड़िया। जिहड़ा धर्मी हुंदा वो दयालु हुंदा। जे तेरे अंदर दया हुंदी ते तू मजलूमां नूं, तू सनातन मतियां नूं कदे मारदा ना, कदे ये जंजू धारियां दा तू लहू ना बहाउंदा। तू जाबर है, तू पापी है। औरंगजेब कहंदे तुरा मनना दानम के यसदा शनास, तुरा मनना दानम के यसदा शनास, बरामद जे तू कहरा दिल खराश। कहंदे ऐ औरंगजेब मैं जानदा हां तू रब नूं पहचानण वाला नहीं है, इस्लाम दा भेख विखावे मात्र पाउणा है, तू खलीफा खवाउणा है, कहना है भी मैं इस्लाम दा सब तो वध प्रचार कीता है। तू प्रेम नाल प्रचार नहीं कीता, तू जालम बन के कृपान दी धार नाल डरा के सनातन मतियां नूं मुसलमान बनाया है। ये खुदा दे दर ते प्रवान नहीं, तेरे कोलों बड़े दिल दिखाउण वाले कर्म होए ने। तू बड़ा पाप कमाया है। नादानम के ई मर्द रोह बाहा पेच, वगर हर गिजी वगर हर गिजी नहन बेहारद नरेश। कहते हैं औरंगजेब तू मर्द नहीं है, तू लूंबड़ है। मर्दो हुंदा है जेदे ढिड विच जो है उही जुबान ते होवे। हमूं मर्द बायद शवद सुखन वरना शिकमे देगर दर्द हाने देगर। मर्दो जुबान ते ओ होवे जो ढिड विच है, जो ढिड विच है जुबान ते होवे। ढिड विच कुछ होर ते जुबान ते कुछ होर। ढिड विच तेरे फरेब ते जुबान ते कुरान दियां कसमां धोखे देने। तू मर्द भी नहीं है, तू लूंबड़ है, लूंबड़। हुण भारत दे राजे नूं इन्नी गल कोई फकीर कवे ओही कह सकदा जिहड़ा रब दा रूप है, दूजे ने मोहरां बनाउणियां ने। गुरु नानक साहब कहंदे बाबर तू जाबर है। गुरु गोबिंद सिंह पातशाह कहंदे ऐ औरंगजेब तू रब दे रस्ते ते चलण वाला नहीं है। बड़े तू पाप कमाए ने के ई कार नेकस्त दी परवारी, के ई कार नेकस्त दी परवरी चू यसदा शनासी बजा बरतरी। कहंदे औरंगजेब सब तो चंगा कर्म हुंदा है धर्म दी पालना करनी। तू नहीं कर सकिया, तू बड़ा जुल्म कीता है। रब नूं पछाणेगा, लोक दा बादशाह है, परलोक दा भी बादशाह बना दिंदा तैनूं। रब नूं नहीं पहचानिया, तेरे कोलों लोक दी पातशाही भी उसने खो लेनी है। आपां एक बोल पढ़दे हुंदे ना, तपों राज ते राजों नरक। तेरे कोलों कर्म चंगा नहीं होया। कई कह दिंदे ने गुरु गोबिंद सिंह बड़े तते सुभाਅ दे सन, गुरु नानक ठंडे सन। देखो कुफर लई झूठ लई गुरु नानक दा घर तत्ता ही रहा है। हुण देखो फर्क कोई नहीं है। धर्म नूं निभाउण दी जाच जिहड़ी गुरु गोबिंद सिंह ने दसम ग्रंथ च दसी है, उही गुरु ग्रंथ साहिब च गुरु नानक ने दसी है। ज्यों तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। मेरे नाल गुरु नानक साहिब कहंदे प्रेम है ते सिर तली ते रखना पै सकदा है। अहंकार रूपी सिर कटना पै सकदा है। प्रतख एक गलूआ कटाउणा पै सकदा है धर्म दे लई। जिहड़े आपा वारन लई तैयार ने उन्हां नूं ही मेरे दर ते जगह मिलदी है। मेरी गली चों ही आ सकदे ने। जामा बदलिया, गुरु नानक 10वें जामे विच आए, गुरु गोबिंद सिंह बन गए ते उन्हां दे पाक अल्फाज सन, धन जियो तेह को जग मैं, मुखते हर चित में जुद विचारै। बोल ओही ने। महाराज गुरु गोबिंद सिंह धन है जिहड़ा सच दी खातर युद्ध करन लई तैयार है, जिहड़ा अंतरात्मे विकारां नाल युद्ध करदा है ते बाहर मुखी प्रतख दुश्मनां दे नाल युद्ध करदा है।
फर्क तुहानू किधरे नहीं लभेगा गुरु नानक ते गुरु गोबिंद सिंह विच। गुरु नानक साहब दी बाणी पढ़ लो ओही उपदेश है, दसम बाणी पढ़ लो ओही उपदेश है। दीन दुनिया दे मालक गुरु नानक साहब ने सिक्खी शुरू की है रबाब दी तार तो। ध्यान दिओ, गुरु नानक साहब ने सिक्खी दा आगाज कीता रबाब दी तार तो, ते गुरु गोबिंद सिंह ने नगारे दी चोट ते सिक्खी संपूर्ण की है। फकीरी तो आगाज होया, मीरी ते संपूर्णता हुई है। यह रबाब तो नगारे दी दास्तान है। सिक्खी दा जीवन रबाब दी तार तो शुरू हुंदा है ते सिख दा जीवन तलवार दी तार ते खत्म हुंदा है। यह सिक्खी दा फलसफा है। पहलियां 5 पातशाहियां ने प्रेम रस विच विचरना कीता, पर हुक्मरान नहीं समझे। उल्टा गुरु अर्जन साहब नूं तती तवी ते बिठाया। जदों जहांगीर वर्गियां नूं जुल्म करन तो रोकिया पातशाह ने, गुरु हरगोबिंद साहब नूं तलवार चुकनी पई। 4 जंगां बादशाह शाहजहान नाल लड़दे ने, चारे जितदे ने। फिर कुछ समा ऐसा चलिया, फिर पीरी चली, फकीरी चली। गुरु हर राय, गुरु हरकृष्ण, गुरु तेग बहादुर साहब प्रेम विच विचरे। फिर औरंगजेब नूं समझाउणा चाहया, भारत वर्ष ते मजलूमां ते जुल्म ना कर। गुरु तेग बहादुर साहब ने मिलिया कि चांदनी चौक विच शहीदी। फिर गुरु गोबिंद सिंह कहंदे तुसीं प्रेम दी परिभाषा नहीं समझदे, तलवार दी धार ही चलदी है इत्थे। ते बापू ने चुक लई तलवार। उन्हां दे पाक बोल ने, बला चारगी दरमिया आमदम, बा तदबीर तीरो तुफंग आमदम। कहंदे मैं लाचार होके तलवार चुकी है मजलूमां लई, भारत वर्ष नूं आजाद करवाउण दे लई। कहंदे खुशी नाल, शौक नाल, चाह नाल मैं तलवार नहीं चुकी। गुरु नानक दा घर फकीरां दा घर है, मजबूरन तलवार लैके चलना पिया, क्योंकि प्रेम दी भाषा तख्त दे नशे विच चूर हाकम कदे नहीं समझदे। सिक्खी दा ऐसा सिद्धांत है, सिक्खी दी ऐसी मर्यादा है। इस गल नूं समझियो। गुरु गोबिंद सिंह दा जेड़ा रुतबा है, गुरु नानक दा जेड़ा रुतबा है, तू सतगुर चौहों जुगी आप आपे परमेसर, सुर नर साधक सिद्ध, सिख सेवंत तुर हो तुर। गुरु नानक साहब दे आउण तो पहला जेड़ा निर्गुण स्वरूप अकाल पुरख है, हर युग विच है। गुरु नानक गुरु गोबिंद दे रूप विच वो प्रगट हो गए कल युग दे अंदर। वो मौजूद ने, हर जरे विच मौजूद ने। भाई नंद लाल नूं ना सिखा ने पुछया भी तुसीं गुरु गोबिंद सिंह नूं की समझदे हो? कोई महापुरुष ने, कोई संत ने, कोई साध ने, ब्रह्म ज्ञानी ने, ब्रह्म वेते ने? तुहाडी नदर विच गुरु गोबिंद सिंह की है? ते भाई नंद लाल ने एक बचन किया, इहदे नाल मिलदा जुलदा जे, तू सतगुर चौं जुगी आप आपे परमेसर। इहदे वर्गी ही भावना प्रगट करदे हो बोल ने, सुल्तानुल अवल वल आखिर, सुल्तानुल अवल वल आखिर व बासिरुल बातन वल जाहर। वो फारसी विच महापुरुष कहंदे सुल्तान है दुनिया दा गुरु गोबिंद सिंह। कहंदे कदों तो है? आगाज ते ओदा 1723 बिक्रमी संमत विच होया है। कहंदे सुल्तानुल अवल वल आखिर। ये गिणतियां मिणतियां च कहंदे मैं नहीं पैंदा तरीका तरूकां च, दुनिया दे आगाज तो पहलां दा है गुरु गोबिंद सिंह। अवल पहलां दा, असीं रहिए जां ना रहिए, वल आखिर दुनिया दे अखीर तक रहन वाला है गुरु गोबिंद सिंह। इहदा मतलब की है? भाई नंद लाल गुरु गोबिंद सिंह नूं ब्रह्म ज्ञानी, संत, महापुरुष जां रब दे वर्गा नहीं समझदे। गुरु गोबिंद सिंह रब वर्गा नहीं है। गुरु गोबिंद सिंह ही खुदा है। गुरु गोबिंद सिंह ही परमेश्वर है। गुरु गोबिंद सिंह इज द प्राइमल लॉर्ड।
गुरु गोबिंद सिंह ही खुद आया है। भाई नंद लाल कहंदे तुसीं बातां पाउंदे हो जदों तो शरीर विच आया है, मैं बातां पाउंदा हां जदों निर्गुण स्वरूप विच है। मेरे लिए उस अकाल पुरख ते गुरु गोबिंद सिंह विच रंचक मात्र फर्क नहीं। अगे उदाहरण की दिती है, वा बासिरुल बातन वल ज़ाहिर। हुण इहदा अर्थ समझियो, इत्थे लफ्ज वरतिया है गुरु गोबिंद सिंह पातशाह हर अंदर दे भेत नूं ज़ाहिर प्रगट करने वाले ने। देखो वो मुढ़ कदीमी जो अकाल पुरख है दुनिया दा आद, असीं रहिए ना रहिए, जो अंत तक रहन वाला अकाल पुरख है ओही गुरु गोबिंद बन के दुनिया ते आया। बाणी ने भी यही कहा है, आद ते अंतो है। बाणी कहती है गुर की महिमा क्या कहा, गुर विवेक सत सर आद जुगादी, जुगो जुग पूरा परमेश्वर। वो हर जुग विच है, किते नरगुण है किते सरगुण हो जाता है। अगे लफ्ज वरतिया बासिर, बारी भेद, बातिन अंदरले भेद। गुरु गोबिंद सिंह दोवें जानदा है। हुण बारी भेद जानने ये तुहानूं भी पता है, मैनूं भी पता है। हुण तुहाडे मन विच की है, मेरे मन विच की है, ओही दस सकदा जिहड़ा साडे अंदर रहिंदा है। विरले महापुरुष हुंदे जिन्हां कोले सिद्धि होवे भी अंदर दी बात समझ लैण, बड़े विरले। वो भी गुरु नानक दे गीत गा के उस अवस्था तक पहुंच सकते ने। अष्ट सिद्ध नवनिध एह करम प्राप्त जिस नाम देहे। जिहड़ा नाम दा अभ्यास करदा ना, he will become सिद्धा, सिद्ध बन सकता है, करामाती बन सकता है। भाई नंद लाल जी गुरु गोबिंद सिंह नूं अकाल पुरख क्यों समझदे हो? कहंदे तुहाडे अंदर जोत बन के समाया है, ते तुहाडे अंदर जेड़े बासिर अल्फाज ने ना, ते जेड़े लुके भेद बातन ने, उन्हां नूं ज़ाहरा तौर ते गुरु गोबिंद सिंह प्रगट करदा है। इनू तुसी रोज पढ़दे हो, बिन बोलिया सब किश जानदा। गुरु अंदर दी जानदा है, गुर पूरा भेटियो बड़ भागी अंतर जामी सुगड़ सुजान। हुण अंदर दी किवें जानदा है साडे? इहदा जवाब भी भाई नंद लाल दिंदे ने। कहंदे रूहू दर हर जिस्म गुर गोबिंद सिंह, नूर दर हर चश्म गुर गोबिंद सिंह। रूह लफ्ज है अरबी दा, आपां पंजाबी च वरतदे हैं। रूह दा भाव है जो शरीर दी चेतन सत्ता है, आत्मा। कहंदे पता तुहाडे अंदर दे भेद गुरु गोबिंद सिंह क्यों जानदे ने? और रूह दर हर जिस्म, हर जिस्म दे अंदर जिहड़ी रूह है ना, वो जिहड़ा अकाल पुरख है ओही गुरु गोबिंद सिंह है। नूर दर हर चश्म गुरु गोबिंद सिंह, जिहड़ा नूर लफ्ज है ये उस अगमी जोत लई है जो अकाल पुरख दी साडे अंदर समाई है। कहंदे तुहाडीआं अखां च जिहड़ी रोशनी है ना, जिहड़ा नूर है, जिहड़ा प्रकाश है, जो तुसीं दुनिया देख पा रहे हो, ये होर कोई नहीं है, गुरु गोबिंद सिंह आप ही देखदा है। एक हुंदा इतिहास लिखना महापुरुषां दे जाण तो बाद, ते ओ सुणाऊं ते तुहाडे ते कुतर्क खड़ी कर लेंदे कई भी सुनिया सुनाइयां गल्लां महाराज तो 100 सवा 100 साल बाद लिखियां गल्लां सुनाई जांदे ने। ये भाई नंद लाल ने सुनिया सुनाइयां गल्लां नहीं लिखियां, कलगीधर दे सामने बैठ के लिखिया है जो लिखिया है। ते कलगीधर दे मरातबे विच उसनूं अकाल पुरख तो लहदा कुछ भी नहीं जापिया। ते भाई नंद लाल नूं यह कहना पै गया भी हर शरीर विचली रूह जिहड़ी है वह गुरु गोबिंद सिंह आप है, भाव उहदे लई परम ईश्वर गुरु गोबिंद सिंह ही है, कोई दूसरा नहीं है। उहदी ऐसी बुलंद हस्ती है। अंदर दी जानदा जे तुहाडे इस पाक नगर पटना साहिब दी एक साखी सुना दिना है। पंडित शिवदत्त चतुर्बगता बड़ा वड्डा विद्वान, जिसनूं पटने शहर दे सारे ही सनातन मत दे लोक मानते ने। गंगा दे कंढे ठाकर पूजा करदा है। तारीख गुरु खालसा विच ज्ञानी ज्ञान सिंह लिखते ने,
ਗੰਗਾ ਕਿਨਾਰੇ ਗੋਬਿੰਦ ਰਾਏ ਜੀ ਖੇਡਣ, ਅਗੰਮੀ ਕੌਤਕ ਵੇਖੇ ਪੰਡਤ ਜੀ ਨੇ। ਜਿਹਦੇ ਮੂੰਹੋਂ ਸੁਣਦਾ ਹੈ ਨਾ ਪੰਡਿਤ ਸ਼ਿਵਦੱਤ, ਇਹੀ ਬੋਲ ਸੁਣਦੇ ਨੇ ਰੱਬ ਦਾ ਰੂਪ ਹੈ। ਇਹਦੇ ਕੌਤਕ ਬੜੇ ਅਗੰਮੀ ਨੇ। ਤੇ ਉਹਦੇ ਅੰਦਰ ਨਾ ਇੱਕ ਵਿਚਾਰ ਪ੍ਰਗਟ ਹੋ ਗਈ। ਅੰਦਰੇ ਅੰਦਰ ਵਿਚਾਰ ਕਰਦਾ ਹੈ ਵੀ ਅਗਰ ਗੁਰੂ ਗੋਬਿੰਦ ਰਾਏ ਵਾਕਿਆ ਹੀ ਖੁਦਾ ਦੇ ਸਰੂਪ ਨੇ, ਪਰਮਾਤਮਾ ਦੇ ਰੂਪ ਨੇ, ਮੇਰਾ ਮੁਰਸ਼ਦ ਸ਼੍ਰੀ ਰਾਮਚੰਦਰ ਹੈ, ਮੈਨੂੰ ਅਗਰ ਰਾਮਚੰਦਰ ਜੀ ਦੇ ਰੂਪ ਵਿੱਚ ਦਿਦਾਰੇ ਦੇਣ ਤੇ ਮੰਨਾਂਗਾ ਵੀ ਇਹ ਪਰਮੇਸ਼ਵਰ ਦਾ ਹੀ ਸਰੂਪ ਨੇ, ਇਹ ਜਿਸ ਦਾ ਚਾਹੇ ਰੂਪ ਧਾਰ ਲੈਣ, ਮਨ ਦੀ ਇੱਛਾ ਦੀ ਪੂਰਤੀ ਕਰਨੀ, ਐਸੀ ਬਰਕਤ ਹੈ ਇਹਨਾਂ ਦੇ ਕੋਲ। ਤੇ ਗੰਗਾ ਕਿਨਾਰੇ ਖੇਡਦਿਆਂ ਖੇਡਦਿਆਂ ਬਾਪੂ ਗੁਰੂ ਗੋਬਿੰਦ ਰਾਏ ਛੋਟੀ ਜੀ ਅਵਸਥਾ, ਬਾਲ ਅਵਸਥਾ ਦੇ ਵਿੱਚ ਨਾ ਠਾਕਰ ਪੂਜਾ ਕਰ ਰਹੇ ਸ਼ਿਵਦੱਤ ਦੇ ਸਾਹਮਣੇ ਹੋਏ ਨੇ। ਉਸਨੇ ਅੱਖਾਂ ਖੋਲੀਆਂ ਨੇ ਤੇ ਸਾਹਮਣੇ ਕੀ ਵੇਖਦਾ ਹੈ? ਰਾਮਚੰਦਰ ਜੀ ਦਰਸ਼ਨ ਦੇ ਰਹੇ ਨੇ। ਚਰਨ ਲਏ ਪਕੜ, ਵੈਰਾਗ ਦੇ ਨਾਲ ਪਾਕ ਚਰਨ ਧੋ ਦਿੱਤੇ ਤੇ ਮਹਾਰਾਜ ਨੇ ਮਾੜਾ ਜਿਹਾ ਹਲੂਣਿਆ ਹੈ ਤੇ ਫਿਰ ਸਾਹਮਣੇ ਕੀ ਨਜ਼ਰੀ ਆਉਂਦਾ ਹੈ? ਗੋਬਿੰਦ ਰਾਏ ਜੀ ਨੇ। ਠਾਕਰਾਂ ਦੀ ਪੂਜਾ ਛੱਡ ਕੇ ਉਸ ਦਿਨ ਤੋਂ ਗੋਬਿੰਦ ਰਾਏ ਨੂੰ ਆਪਣਾ ਇਸ਼ਟ ਦੇਵ ਮੰਨ ਲਿਆ ਸ਼ਿਵਦੱਤ ਨੇ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਕੀ ਗੁਰੂ ਨਾਨਕ ਦੇ ਘਰ ਵਿੱਚ ਇੰਨੀ ਅਜ਼ਮਤ ਹੈ ਕਿ ਸਭ ਅਵਤਾਰ ਦੇਵੀ ਦੇਵਤੇ ਮਹਾਪੁਰਸ਼, ਇਹਨਾਂ ਦੇ ਵਿੱਚੋਂ ਸਿਰਮੌਰ ਗੁਰੂ ਨਾਨਕ ਹੈ, ਗੁਰੂ ਗੋਬਿੰਦ ਹੈ, ਕਿ ਸਾਰਿਆਂ ਵਿੱਚ ਪਰਮੇਸ਼ਵਰ ਦੀ ਜੋਤ ਹੈ। ਕਈ ਬੜਾ ਪੂਛ ਨੂੰ ਵੱਟ ਦੇਣਗੇ, ਉਹ ਜੀ ਇਹ ਕਿਉਂ ਕਹਿਤਾ ਤੁਸੀਂ ਵੀ ਰਾਮਚੰਦਰ ਵਿੱਚ ਵੀ ਰੱਬ ਦੀ ਜੋਤ, ਗੁਰੂ ਨਾਨਕ ਵਿੱਚ ਵੀ ਰੱਬ ਦੀ ਜੋਤ, ਗੁਰੂ ਗੋਬਿੰਦ ਵਿੱਚ ਵੀ ਰੱਬ ਦੀ ਜੋਤ, ਜੀਸਸ ਕ੍ਰਾਈਸਟ ਵਿੱਚ ਵੀ ਰੱਬ ਦੀ ਜੋਤ ਤੇ ਮੁਹੰਮਦ ਵਿੱਚ ਵੀ ਰੱਬ ਦੀ ਜੋਤ। ਤੇ ਮੈਂ ਇਹਨਾਂ ਨੂੰ ਪੁੱਛਦਾ ਹੁੰਨਾ ਵੀ ਚਲੋ ਮੰਨ ਲਿਆ ਵੀ ਸਾਡੇ ਗੁਰੂਆਂ ਵਿੱਚ ਰੱਬ ਦੀ ਜੋਤ ਤੇ ਦੂਜੇ 'ਚ ਸ਼ੈਤਾਨਾਂ ਦੀ ਜੋਤ ਹੋਵੇਗੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਉਹਦੀ ਹਰ ਜ਼ਰੇ ਵਿੱਚ ਜੋਤ ਹੈ। ਹਾਂ, ਤਾਕਤਾਂ ਦਾ ਫਰਕ ਹੈ, ਅਜ਼ਮਤਾਂ ਦਾ ਫਰਕ ਹੈ। ਬਾਣੀ ਵਿੱਚ ਤੇ ਇਹ ਵੀ ਆਉਂਦਾ ਹੈ, ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਣ ਕੋ ਰਾਜ ਅਬੈ ਭਗਤਨ ਜਨ ਦੀਓ। ਕਹਿੰਦੇ ਜਦੋਂ ਪਾਪ ਥੋੜਾ ਸੀ, ਐ ਅਕਾਲ ਪੁਰਖ ਤੇਰਾ ਭੇਜਿਆ 52 ਅਵਤਾਰ ਦੁਨੀਆ ਤੇ ਆਇਆ ਜੋ ਤੇਰਾ ਹੀ ਅੰਸ਼ ਹੈ। ਪਾਪ ਵੱਧ ਗਿਆ, 14 ਕਲਾ ਲੈ ਕੇ ਰਾਮਚੰਦਰ ਜੀ ਦੁਨੀਆ ਤੇ ਆਏ, ਤੇਰੀ ਜੋਤ ਹੈ ਉਹਨਾਂ ਵਿੱਚ, ਤੇਰਾ ਹੀ ਅੰਸ਼ ਨੇ। ਪਾਪ ਹੋਰ ਵੱਧ ਗਿਆ, 16 ਕਲਾ ਲੈ ਕੇ ਕ੍ਰਿਸ਼ਨ ਜੀ ਮਹਾਰਾਜ ਦੁਨੀਆ ਤੇ ਆਏ ਜੋ ਤੇਰਾ ਹੀ ਅੰਸ਼ ਨੇ। ਹੁਣ ਕਲਯੁਗ ਦੇ ਭਿਅੰਕਰ ਸਮੇਂ ਵਿੱਚ ਗਿਣੀਆਂ ਚੁਣੀਆਂ ਤਾਕਤਾਂ ਨਾਲ ਗੱਲ ਨਹੀਂ ਸੀ ਚੱਲਣੀ, ਪਾਪ ਗਿਆ ਸੀ ਵੱਧ। ਤੇ ਫਿਰ ਹੋਇਆ ਕੀ ਹੈ? ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਣ ਕੋ ਰਾਜ ਅਬੈ ਭਗਤ ਜਨ ਦਿਓ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ। ਕਲਯੁਗ ਵਿੱਚ ਪਾਪ ਇੰਨਾ ਵੱਧ ਗਿਆ, ਹੁਣ ਗਿਣੀਆਂ ਚੁਣੀਆਂ ਤਾਕਤਾਂ ਨਾਲ ਗੱਲ ਨਹੀਂ ਸੀ ਚੱਲਣੀ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਸਰਗੁਣ ਸਰੂਪ ਹੋ ਕੇ ਜਿਤਨੀ ਵੀ ਅਜ਼ਮਤ ਹੈ ਅਕਾਲ ਪੁਰਖ ਦੀ, ਉਹ ਲੈ ਕੇ ਦੁਨੀਆ ਤੇ ਆਪ ਪ੍ਰਗਟ ਹੋਇਆ। ਕਿਹਦੇ ਰੂਪ ਵਿੱਚ? ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਤਵੈਤੇ ਏਕ ਰੂਪ ਹੈ ਗਇਓ। ਗੁਰੂ ਗੋਬਿੰਦ ਕਹਿੰਦੇ ਮੈਂ ਤੇ ਖੁਦਾਇਆ ਇੱਕ ਹੀ ਆ, ਮੇਰੇ ਤੇ ਖੁਦਾ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ। ਰਾਮਚੰਦਰ ਜੀ ਦੇ ਰੂਪ ਵਿੱਚ ਪੰਡਤ ਸ਼ਿਵਦੱਤ ਨੂੰ ਦਿਦਾਰੇ ਦਿੱਤੇ, ਕਿਰਤਾਰਥ ਕੀਤਾ, ਚਰਨਾਂ ਤੇ ਡਿੱਗ ਕੇ ਗੁਰਾਂ ਨੂੰ ਇਸ਼ਟ ਦੇਵ ਉਸਨੇ ਮੰਨਿਆ। ਹਰ ਜ਼ਰੇ ਵਿੱਚ ਪਰਮਾਤਮਾ ਦੀ ਜੋਤ ਹੈ। ਪਰ ਜਿਤਨੇ ਵੀ ਮਹਾਪੁਰਸ਼ ਨੇ, ਸਤਿਕਾਰ ਉਹਨਾਂ ਦਾ ਆਪਾਂ ਕਰਦੇ ਹਾਂ, ਚਾਹੇ ਕਿਸੇ ਵੀ ਧਰਮ ਦੇ ਨੇ,
पर गुरु नानक गुरु गोबिंद संपूर्ण कला लैके दुनिया ते आए। तां बाणी ने कहा ज्ञान ध्यान किश कर्म ना जाना, सार ना जाना तेरी सब ते वड्डा सतगुरु नानक जिन कल राखी मेरी। जिवें बाणी दे बोलने सतगुर जेवड़ अवर ना कोए, गुरपार ब्रह्म परमेसर सोए। देयर इज नन एज ग्रेट एज गुरु गोबिंद सिंह। रूहे जमीन ते दूजा कोई पैदा नहीं होया जेड़ा गुरु गोबिंद सिंह दे तुल होवे। भाई नंद लाल ने एक बचन किया, कहंदे दावरे आफाक गुरु गोबिंद सिंह, दर्दो आलम ताक गुरु गोबिंद सिंह। आफाक पता की हुंदा? देखो एक लफ्ज है उफू। तुसी एक बन्ने इधर वेखो, खुली जगह जाके एक बन्ने वेखो, जिथे तुहानू जापे ना आसमान ते जमीन एक हो रहे ने। कई बार जापदा हुंदा ना खाली जगह ते, उहनू उफू कहंदे ने। जदों चारों तरफ निगाह दौड़ाओ, जिथे भी तुहानू लगे भी ये जमीन ते आसमान एक हो रहे ने, उन्होंने आफाक कहंदे ने। दावरे आफाक गुरु गोबिंद सिंह। भाई नंद लाल कहंदे दावरे भाव खुदा बादशाह जमीनों आसमान दा अगर कोई है ते गुरु गोबिंद सिंह है। दर्दो आलम ताक गुरु गोबिंद सिंह। दो आलम, अकला तुहाडा सिखां दा ही पातशाह नहीं है गुरु गोबिंद सिंह, इस लोक दा पातशाह है। जिस दिन ये शरीर ना रहा, दरगाह विच साडी पेशी हुई, जेड़ा उस सचखंड दे सिंघासन ते बहिंदा है, दर्दो आलम ताक गुरु गोबिंद सिंह, ओही गुरु गोबिंद सिंह है जेड़ा दुनिया ते सरगुण सी, सचखंड विच निर्गुण स्वरूप होके बैठा होया है। दोहां आलमां दा मालक है, जिहदी याद विच आपां पटने दी पाक धरती ते इकत्तर होए हैं। इहदे नालों वड्डा कोई नहीं है, और इहदियां खुशियां लैण लई ही आपां इस रूहे जमीन ते आए हां। गुरु महाराज जितनियां भी संगतां आईयां ने, सबना दी हाजरी प्रवान करन। ये बड़ा महान उपराला प्रबंधक जना ने कीता है। सिख जगत दे अंदर जो विद्वान ने, रागी ने, ढाडी ने, सबना नूं सदा दे करके आप संगतां दे दर्शन करवा रहे ने। प्रबंधक जना दे विचों जो मुख सेवादार ने सरदार अवतार सिंह जी हित, आप संगतां रोज इन्हां नूं सिख जगत दी फुलवाड़ी नूं प्रफुल्लित करन लई कर रहे उपरालियां तो देखदे ही रहिंदे हो। वो भी इत्थे आप संगत विच बैठे होए ने। समूह प्रबंधक जना दा, गुरु के वजीरां दा, सैकटरी साहिब दा धन्नवाद। गुरु ग्रंथ साहिब पातशाह आप संगत दा धन्नवाद है जी। खंडे दी पौल छको, गुरु वाले बनो। बाकी विचारां खुद खुदा गुरु गोबिंद सिंह बाबत कल दे दीवाना विच करांगे। वाहिगुरू जी का खालसा, वाहिगुरू जी।